Hello, dear students. I am JP Brad. Today we will continue electrostatics, electric charges and fields. And the topic we will do is force due to continuous charge distribution. Let's start. So, start करते हैं force due to continuous ਚਾਰਜ ਡਿਸਟ੍ਰੀਬਿਊਸ਼ਨ। ਸਟੂਡੈਂਟਸ ਇਹ ਤਿੰਨ ਤਰ੍ਹਾਂ ਦੀ ਕੰਟੀਨਿਊਸ ਚਾਰਜ ਡਿਸਟ੍ਰੀਬਿਊਸ਼ਨ ਆਪਾਂ ਸਟੱਡੀ ਕਰਾਂਗੇ। ਯਾਦ ਰੱਖੋ ਕੰਟੀਨਿਊਸ ਚਾਰਜ ਡਿਸਟ੍ਰੀਬਿਊਸ਼ਨ ਇਜ਼ ਆਫ 3 ਟਾਈਪਸ। ਨੰਬਰ 1 ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ। ਰੀਡ ਕਰਦੇ ਹਾਂ when the charge is distributed along the line। ਸਟੂਡੈਂਟਸ ਜਦੋਂ ਕੋਈ ਚਾਰਜ ਇੱਕ ਲਾਈਨ ਦੇ ਉੱਪਰ ਡਿਸਟ੍ਰੀਬਿਊਟਿਡ ਹੋਊਗਾ, ਜਿਵੇਂ ਤੁਸੀਂ ਫਿਗਰ 'ਚ ਦੇਖ ਸਕਦੇ ਹੋ, ਤੇ ਇੱਕ ਗੱਲ ਬਹੁਤ ਜ਼ਰੂਰੀ ਹੈ, ਇਹ ਲਾਈਨ ਜ਼ਰੂਰੀ ਨਹੀਂ ਵੀ ਸਟ੍ਰੇਟ ਹੋਵੇ, ਇਹ ਕਰਵ ਵੀ ਹੋ ਸਕਦੀ ਹੈ। ਠੀਕ ਹੈ, ਤੇ ਇਸ ਤਰ੍ਹਾਂ ਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ ਇਸ ਨੂੰ ਆਪਾਂ ਬੋਲਦੇ ਹਾਂ ਲੀਨੀਅਰ ਡਿਸਟ੍ਰੀਬਿਊਸ਼ਨ। ਤਾਂ ਇਹ ਜੋ ਇੱਕ ਸਟ੍ਰੇਟ ਲਾਈਨ ਜਾਂ ਕਰਵ ਲਾਈਨ ਦੇ ਵਿੱਚ ਜਿਹੜਾ ਚਾਰਜ ਡਿਸਟ੍ਰੀਬਿਊਟ ਹੈ ਇਸ ਨੂੰ ਆਪਾਂ ਬੋਲਦੇ ਹਾਂ ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ। ਚਾਰਜ ਮੇ ਵੀ ਪੋਜ਼ਿਟਿਵ ਔਰ ਨੈਗੇਟਿਵ, ਕੋਈ ਵੀ ਹੋ ਸਕਦਾ। ਤਾਂ ਹੁਣ ਦੇਖੋ ਜੀ, ਆਪਾਂ ਨਾ ਇੱਕ ਕੰਸੀਡਰ ਕਰਦੇ ਹਾਂ ਇੱਕ ਵਾਇਰ AB ਜਿਸ ਦੀ ਲੈਂਥ ਹੈਗੀ ਆ L ਤੇ ਜਿਸ ਦੇ ਉੱਪਰ ਟੋਟਲ ਚਾਰਜ ਹੈਗਾ Q। ਠੀਕ ਹੈ, ਤੇ ਉਸ ਤੇ ਇੱਕ ਸਮਾਲ ਐਲੀਮੈਂਟ, ਆਪਾਂ ਛੋਟਾ ਜਿਹਾ ਐਲੀਮੈਂਟ ਕੰਸੀਡਰ ਕਰਾਂਗੇ DL। ਤੁਸੀਂ ਫਿਗਰ 'ਚ ਵੀ ਦੇਖ ਸਕਦੇ ਹੋ। ਐਂਡ ਲੈਮਡਾ ਇਜ਼ ਦਾ ਲੀਨੀਅਰ ਚਾਰਜ ਡੈਂਸਿਟੀ। ਹੁਣ ਸੁਣੋ ਜੀ, ਜਿਹੜੀ ਲੀਨੀਅਰ ਚਾਰਜ ਡੈਂਸਿਟੀ ਲੈਮਡਾ ਹੈ ਉਸ ਨੂੰ ਆਪਾਂ ਕਿਵੇਂ ਲਿਖਾਂਗੇ? ਲੈਮਡਾ ਇਜ਼ ਇਕੁਅਲ ਟੂ dq upon dl, ਚਾਰਜ ਪਰ ਯੂਨਿਟ ਲੈਂਥ। ਨੋਟ ਕਰੋ, what is linear charge density? It is defined as the charge per unit length, dq upon dl। ਚਾਰਜ ਦੇ ਯੂਨਿਟਸ ਆਪਾਂ ਨੂੰ ਪਤਾ ਹੈ ਕੂਲਮ ਹੁੰਦੇ ਆ, ਲੈਂਥ ਦੇ ਮੀਟਰ। ਸੋ ਲੈਮਡਾ ਦੇ ਯੂਨਿਟਸ ਕੀ ਹੋ ਗਏ? ਕੂਲਮ ਪਰ ਮੀਟਰ। ਅੰਡਰਸਟੂਡ। ਹੁਣ ਇੰਟਰਚੇਂਜ ਕਰ ਦਿਓ, ਜੋ ਡਿਵਾਈਡ ਆ ਦੂਜੀ ਸਾਈਡ ਜਾ ਕੇ ਮਲਟੀਪਲਾਈ ਹੋ ਜਾਊਗਾ। dq ਇਜ਼ ਇਕੁਅਲ ਟੂ ਲੈਮਡਾ ਇੰਟੂ dl। ਦਿਸ ਇਜ਼ ਇਕੁਏਸ਼ਨ ਨੰਬਰ 1। ਨਾਓ ਦੇਖੋ ਸਟੂਡੈਂਟਸ, ਹੁਣ ਆਪਾਂ ਨੂੰ ਪਤਾ ਹੈ ਫੋਰਸ ਅਪਲਾਈਡ ਬਾਈ ਦਿਸ ਸਮੋਲ ਐਲੀਮੈਂਟ dl ਔਨ ਦ ਚਾਰਜ Q0 ਪਲੇਸਡ ਐਟ ਡਿਸਟੈਂਸ r ਫਰੋਮ ਇਟ। ਹੁਣ ਸਟੂਡੈਂਟਸ ਇੱਕ Q0 ਚਾਰਜ ਹੈ ਜੋ P ਪੁਆਇੰਟ ਤੇ ਤੁਹਾਨੂੰ ਦਿਖ ਰਿਹਾ, ਉਹਦਾ ਡਿਸਟੈਂਸ r ਹੈ ਸਮੋਲ ਐਲੀਮੈਂਟ ਤੋਂ ਸਮੋਲ ਐਲੀਮੈਂਟ ਕਿੰਨੀ ਫੋਰਸ ਲਗਾਊਗਾ? ਆਪਾਂ ਨੂੰ ਫੋਰਸ ਦਾ ਫਾਰਮੂਲਾ ਪਤਾ ਹੈ 1/4 ਪਾਈ ਐਪਸਾਈਲਨ ਨੋਟ Q0। ਦੇਖੋ Q0 P ਪੁਆਇੰਟ ਦੇ ਉੱਪਰ ਪਿਆ ਪਹਿਲਾ ਚਾਰਜ, ਦੂਸਰਾ ਚਾਰਜ ਕਿਹੜਾ ਹੈਗਾ? ਸਮੋਲ ਐਲੀਮੈਂਟ ਦਾ ਜੋ ਚਾਰਜ ਹੈ ਦੈਟ ਇਜ਼ dq। ਆਪਾਂ ਹੁਣੇ ਕੈਲਕੂਲੇਟ ਕੀਤਾ ਹੈ ਇਕੁਏਸ਼ਨ ਨੰਬਰ 1 ਦੇ ਵਿੱਚ, ਅਪੋਨ square of distance between the charges, distance is r, so r square। ਹੁਣ ਸਟੂਡੈਂਟਸ ਵੈਕਟਰ ਹੈ ਤਾਂ ਡਾਇਰੈਕਸ਼ਨ ਦੱਸਣ ਲਈ r ਕੈਪ ਲਗਾਵਾਂਗੇ ਆਪਾਂ। ਨਾਓ ਹੁਣ dq ਦੀ ਵੈਲਿਊ ਪੁੱਟ ਕਰ ਦਿਓ ਸਟੂਡੈਂਟਸ। ਆਪਾਂ ਨੂੰ ਪਤਾ ਹੈ dq ਕਿੰਨਾ ਹੈ? ਲੈਮਡਾ dl। ਤਾਂ ਆਪਾਂ ਹੋਰ ਕੁਝ ਨਹੀਂ ਕੀਤਾ, ਜਸਟ dq ਦੀ ਵੈਲਿਊ ਪੁੱਟ ਕਰਤੀ। ਇਹ ਹੋ ਗਿਆ ਜੀ ਆਪਣੇ ਕੋਲ ਸਮੋਲ ਫੋਰਸ df। ਇਹ ਕੰਪਲੀਟ ਫੋਰਸ ਨਹੀਂ ਹੈ ਸਟੂਡੈਂਟਸ, ਇਹ ਕਿਉਂਕਿ ਕੰਪਲੀਟ ਵਾਇਰ ਤਾਂ ਹਲੇ ਆਪਾਂ ਲਈ ਨਹੀਂ, ਆਪਾਂ ਤਾਂ ਸਮੋਲ ਐਲੀਮੈਂਟ ਦੀ ਫੋਰਸ ਕੈਲਕੂਲੇਟ ਕੀਤੀ ਹੈ। ਅਗਰ ਆਪਾਂ ਹੁਣ ਕੰਪਲੀਟ ਵਾਇਰ ਦੀ ਫੋਰਸ ਕੈਲਕੂਲੇਟ ਕਰਨਾ ਚਾਹੁੰਦੇ ਹਾਂ ਐਟ ਚਾਰਜ Q0, ਵੀ ਕੰਪਲੀਟ ਇਹ ਵਾਇਰ ਚਾਰਜ Q0 ਦੇ ਉੱਪਰ ਕਿੰਨੀ ਫੋਰਸ ਲਗਾਊਗੀ? ਤੁਹਾਨੂੰ ਪਤਾ ਹੈ ਇਹ ਜਿਹੜੀ ਸਮੋਲ ਫੋਰਸ ਹੈ df, ਇਹ ਤਾਂ ਸਮੋਲ ਐਲੀਮੈਂਟ ਕਰਕੇ ਹੈ। ਅਗਰ ਮੈਂ ਕੰਪਲੀਟ ਫੋਰਸ ਕੱਢਣੀ ਚਾਹੂੰਗਾ ਤਾਂ ਆਪਾਂ ਨੂੰ ਕੀ ਕਰਨਾ ਪਊਗਾ ਸਟੂਡੈਂਟਸ? ਇੰਟੀਗ੍ਰੇਟ। ਤਾਂ ਮੈਂ ਕੀ ਕਰੂੰਗਾ ਹੁਣ? ਇੰਟੀਗ੍ਰੇਟਿੰਗ ਬੋਥ ਸਾਈਡਸ। ਦੇਖੋ ਇੱਥੇ ਤਾਂ ਜਸਟ ਮੈਂ ਹਜੇ ਵਰਡਿੰਗ ਲਿਖੀ ਆ, ਇਸ ਤੋਂ ਬਾਅਦ ਮੈਂ ਇੰਟੀਗ੍ਰੇਟ ਕਰਤਾ ਸਟੂਡੈਂਟਸ, ਇੰਟੀਗ੍ਰੇਟਿੰਗ ਬੋਥ ਸਾਈਡਸ। ਤਾਂ ਕੋਈ ਨਿਊ ਚੀਜ਼ ਨਹੀਂ ਕੀਤੀ, ਇੰਟੀਗ੍ਰੇਟ ਕੀਤਾ ਹੈ ਸਟੂਡੈਂਟਸ। ਇਹ ਦੇਖੋ ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ ਹੈ, ਤਾਂ ਕਰਕੇ ਇਹਨੂੰ ਲੀਨੀਅਰ ਇੰਟੈਗਰਲ ਬੋਲਾਂਗੇ ਜਾਂ ਇਹਨੂੰ ਲਾਈਨ ਇੰਟੈਗਰਲ ਬੋਲਾਂਗੇ। ਠੀਕ ਹੈ, ਤਾਂ ਵਟ ਇਜ਼ ਇੰਟੀਗ੍ਰੇਸ਼ਨ ਦੇ ਨੀਚੇ L ਲਿਖਿਆ ਹੋਇਆ, ਇਸ ਦਾ ਮਤਲਬ ਕੀ ਹੈ? ਲਾਈਨ ਇੰਟੈਗਰਲ। ਠੀਕ ਹੈ, ਲਾਈਨ ਇੰਟੈਗਰਲ
for the entire length of the conductor AB. ਇਸ ਤੋਂ ਬਾਅਦ 'ਚ ਮੈਂ ਫਾਈਨਲ ਰਿਜ਼ਲਟ ਲਿਖਣ ਲੱਗਿਆ ਸਟੂਡੈਂਟਸ। ਤਾਂ ਫਾਈਨਲ ਰਿਜ਼ਲਟ ਕੀ ਹੈਗਾ ਹੈ, ਨੈਟ ਫੋਰਸ ਔਰ ਟੋਟਲ ਫੋਰਸ ਇਜ਼ ਇਕੁਅਲ ਟੂ ਜੋ ਵੀ ਕੌਨਸਟੈਂਟਸ ਹੈ ਇੰਟੀਗ੍ਰੇਸ਼ਨ ਤੋਂ ਬਾਹਰ ਆ ਜਾਣਗੇ 1/4 ਪਾਈ ਐਪਸਾਈਲਨ ਨੋਟ Q ਨੋਟ। ਤਾਂ ਇੰਟੀਗ੍ਰੇਸ਼ਨ ਦੇ ਅੰਦਰ ਰਹਿ ਜਾਊਗਾ ਸਟੂਡੈਂਟਸ ਲੈਮਡਾ DL upon R square into direction ਲਿਖ ਦੋ R cap। So this is the final end result for the total force exerted by the linear charge distribution on some other charge placed at distance R from it. Okay, ਇਹ ਹੋ ਗਿਆ ਜੀ all about linear charge distribution. Now move to second type, surface charge distribution. Read ਕਰਦੇ ਹਾਂ। When a charge is distributed continuously over the surface, then it is called surface charge distribution or surface charge density. ਤਾਂ ਧਿਆਨ ਨਾਲ ਸੁਣੋ, ਹੁਣ ਚਾਰਜ ਇੱਕ ਲਾਈਨ ਦੇ ਵਿੱਚ ਨਹੀਂ ਹੈ, ਪੂਰੇ ਸਰਫੇਸ ਤੇ ਫੈਲੇ ਹੋਏ ਨੇ। ਤੁਸੀਂ ਦੇਖ ਸਕਦੇ ਹੋ P ਪੁਆਇੰਟ ਤੇ ਇੱਕ ਚਾਰਜ ਹੈ Q ਨੋਟ। ਆਪਾਂ ਇੱਕ ਸਮਾਲ ਛੋਟਾ ਜਿਹਾ ਐਲੀਮੈਂਟ ਲੈ ਲਿਆ ਜਿਸ ਦਾ ਏਰੀਆ ਹੈਗਾ DS, ਕਿਉਂਕਿ ਲਾਈਨ ਹੈ ਤਾਂ ਉਹਦੀ ਲੈਂਥ ਹੁੰਦੀ ਹੈ, ਸਰਫੇਸ ਹੈ ਤਾਂ ਉਸਦਾ ਏਰੀਆ ਹੋਊਗਾ। ਤਾਂ ਇਹ ਸਮਾਲ ਏਰੀਆ ਜਿਹੜਾ DS ਹੈ ਇਹ DQ ਦੇ ਉੱਪਰ ਦੇਖਾਂਗੇ ਕਿੰਨੀ ਫੋਰਸ ਲਗਾਉਂਦਾ ਹੈ। ਠੀਕ ਹੈ, ਪੂਰਾ ਸਰਫੇਸ ਹੈਗਾ S, ਪੂਰਾ ਏਰੀਆ ਕਿੰਨਾ ਹੈ S, ਤੇ ਉਸ ਦਾ ਕੰਪਲੀਟ ਚਾਰਜ ਹੈਗਾ Q। ਦੈਨ ਵੀ ਟੇਕ ਸਮਾਲ ਏਰੀਆ DS ਤੇ ਉਸ ਦਾ ਚਾਰਜ ਹੋਊਗਾ DQ। ਹੁਣ ਇਹ DQ Q ਨੋਟ ਦੇ ਉੱਪਰ ਕਿੰਨੀ ਫੋਰਸ ਲਗਾਊਗਾ, ਇਹ ਲੱਭਣ ਲਈ ਆਪਾਂ ਇੱਕ ਟਰਮ ਬਣਾਵਾਂਗੇ ਸਰਫੇਸ ਚਾਰਜ ਡੈਂਸਿਟੀ ਸਿਗਮਾ। ਇਹ ਸਰਫੇਸ ਚਾਰਜ ਡੈਂਸਿਟੀ ਨੂੰ ਡਿਫਾਈਨ ਕਿਵੇਂ ਕਰਾਂਗੇ, ਚਾਰਜ ਪਰ ਯੂਨਿਟ ਏਰੀਆ DQ upon DS। ਤਾਂ ਵਟ ਇਜ਼ ਸਿਗਮਾ, ਸਰਫੇਸ ਚਾਰਜ ਡੈਂਸਿਟੀ, ਇਟ ਇਜ਼ ਇਕੁਅਲ ਟੂ DQ upon DS, ਚਾਰਜ ਪਰ ਯੂਨਿਟ ਏਰੀਆ। ਹੁਣ ਤੁਹਾਨੂੰ ਪਤਾ ਚਾਰਜ ਦੇ ਯੂਨਿਟ ਹੁੰਦੇ ਆ ਕੂਲਮ, ਚਾਰਜ ਦੇ ਯੂਨਿਟ ਹੁੰਦੇ ਆ ਸਟੂਡੈਂਟਸ ਕੂਲਮ, ਤੇ ਏਰੀਆ ਦੇ ਹੁੰਦੇ ਆ ਮੀਟਰ ਸਕੁਆਇਰ। ਤਾਂ ਸਰਫੇਸ ਚਾਰਜ ਡੈਂਸਿਟੀ ਦੇ ਯੂਨਿਟ ਹੋ ਗਏ ਜੀ ਕੂਲਮ ਪਰ ਮੀਟਰ ਸਕੁਆਇਰ। ਅੰਡਰਸਟੂਡ। ਨਾਓ ਫਿਰ ਉੱਦਾਂ ਹੀ ਸੇਮ ਡਿਨੋਮੀਨੇਟਰ ਦੇ ਵਿੱਚ ਜੋ ਡਿਵਾਈਡ ਹੈ ਉਧਰ ਜਾ ਕੇ ਮਲਟੀਪਲਾਈ ਹੋ ਜਾਊਗਾ। ਵਟ ਇਜ਼ DQ, ਸਿਗਮਾ DS, ਇਕੁਏਸ਼ਨ ਨੰਬਰ 1। ਨਾਓ ਫੋਰਸ ਕਿੰਨੀ ਅਪਲਾਈ ਕਰੂਗਾ ਇਹ ਸਮਾਲ ਐਲੀਮੈਂਟ DS DQ ਦੇ Q ਨੋਟ ਦੇ ਉੱਪਰ, ਕਿੰਨੀ ਫੋਰਸ ਲਗਾਊਗਾ, ਸਮਾਲ ਫੋਰਸ DF। ਆਪਾਂ ਨੂੰ ਪਤਾ ਹੈ ਜਿਵੇਂ ਪਹਿਲਾਂ ਕੀਤਾ ਸੀ 1/4 ਪਾਈ ਐਪਸਾਈਲਨ ਨੋਟ Q ਨੋਟ ਇੰਟੂ DQ upon R ਸਕੁਆਇਰ ਇੰਟੂ ਡਾਇਰੈਕਸ਼ਨ ਦੱਸਣੀ ਹੈ R ਕੈਪ। ਠੀਕ ਹੈ, ਹੁਣ DQ ਦੀ ਵੈਲਿਊ ਪੁੱਟ ਕਰ ਦਾਂਗੇ ਸਟੂਡੈਂਟਸ। ਕਿੰਨੀ ਹੈ DQ ਦੀ ਵੈਲਿਊ ਸਟੂਡੈਂਟਸ, ਇਕੁਏਸ਼ਨ ਨੰਬਰ 1 ਦੇਖੋ ਸਿਗਮਾ DS, DQ ਦੀ ਵੈਲਿਊ ਪੁੱਟ ਕਰਤੀ ਸਿਗਮਾ DS। ਹੋਰ ਤਾਂ ਆਪਾਂ ਕੁਝ ਵੀ ਨਹੀਂ ਕੀਤਾ, ਬਹੁਤ ਸਿੰਪਲ। ਇਹ ਆ ਗਈ ਜੀ ਸਮਾਲ ਫੋਰਸ exerted by this small element on charge Q naught at distance R from it. Now ਹੁਣ ਆਪਾਂ ਨੂੰ ਪਤਾ ਹੈ ਇਹ ਸਮਾਲ ਫੋਰਸ ਨੂੰ ਆਪਾਂ ਕੰਪਲੀਟ ਫੋਰਸ ਬਣਾਉਣਾ ਹੈ। ਠੀਕ ਹੈ, ਪੂਰਾ ਏਰੀਆ ਪੂਰਾ ਸਰਫੇਸ ਕਿੰਨੀ ਫੋਰਸ ਲਗਾਊਗਾ, ਤਾਂ ਇੰਟੀਗ੍ਰੇਟ ਕਰ ਦਾਂਗੇ ਬੋਥ ਸਾਈਡਸ। ਤਾਂ ਇੱਥੇ ਯੂਜ਼ ਕਰਾਂਗੇ ਸਰਫੇਸ ਇੰਟੈਗਰਲ। ਠੀਕ ਹੈ, ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ ਹੈ ਤਾਂ ਲਾਈਨ ਇੰਟੈਗਰਲ, ਸਰਫੇਸ ਚਾਰਜ ਡਿਸਟ੍ਰੀਬਿਊਸ਼ਨ ਹੈ ਤਾਂ ਸਰਫੇਸ ਇੰਟੈਗਰਲ। ਠੀਕ ਹੈ, ਹੁਣ ਕੌਨਸਟੈਂਟ ਟਰਮਸ ਇੰਟੀਗ੍ਰੇਸ਼ਨ ਤੋਂ ਬਾਹਰ ਕੱਢ ਦਾਂਗੇ, ਫਾਈਨਲ ਰਿਜ਼ਲਟ ਆ ਗਿਆ। ਤਾਂ ਨੈਟ ਫੋਰਸ ਟੋਟਲ ਫੋਰਸ exerted by this complete charge distribution on external charge Q naught at distance R is equal to 1/4 pi epsilon naught into Q naught integration, ਕਿਹੜੀ integration, surface integral sigma ds upon R square। ਇਹ ਹੋ ਗਿਆ ਜੀ force due to surface charge distribution। Understood? Very easy. Now move to third type, volume charge distribution। ਤਾਂ ਸਟੂਡੈਂਟਸ ਵੋਲੀਅਮ ਚਾਰਜ ਡਿਸਟ੍ਰੀਬਿਊਸ਼ਨ ਕੀ ਹੁੰਦੀ ਹੈ ਤਾਂ ਪੜ੍ਹਦੇ ਹਾਂ। when the charge is continuously distributed on the volume of object, then it is called volume charge distribution or volume charge density।
ਹੁਣ ਦੇਖੋ ਵੀ ਚਾਰਜ ਪੂਰੇ ਵੋਲੀਅਮ 'ਚ ਫੈਲਿਆ ਹੋਇਆ ਹੈ, ਪੂਰੀ ਸਪੇਸ ਦੇ ਵਿੱਚ ਫੈਲਿਆ ਹੋਇਆ ਹੈ ਕਿਸੇ ਆਬਜੈਕਟ ਦੇ ਅੰਦਰ। ਇਸ ਨੂੰ ਆਪਾਂ ਬੋਲਦੇ ਹਾਂ ਵੋਲੀਅਮ ਚਾਰਜ ਡਿਸਟ੍ਰੀਬਿਊਸ਼ਨ। ਇੱਕ ਚਾਰਜ ਹੈਗਾ Q0 ਜੋ ਕਿ r ਡਿਸਟੈਂਸ ਦੂਰ ਹੈ ਇਹ ਵੋਲੀਅਮ ਚਾਰਜ ਡਿਸਟ੍ਰੀਬਿਊਸ਼ਨ ਤੋਂ। ਆਪਾਂ ਉਸ ਦੇ ਉੱਪਰ ਫੋਰਸ ਕੈਲਕੂਲੇਟ ਕਰਾਂਗੇ, ਠੀਕ ਹੈ। ਤੇ ਇੱਥੇ ਆਪਾਂ ਟਰਮ ਯੂਜ਼ ਕਰਦੇ ਹਾਂ ਵੋਲੀਅਮ ਚਾਰਜ ਡੈਂਸਿਟੀ ਰੋ। ਤਾਂ ਵੋਲੀਅਮ ਚਾਰਜ ਡੈਂਸਿਟੀ ਨੂੰ ਕਿਵੇਂ ਡਿਫਾਈਨ ਕਰਾਂਗੇ ਸਟੂਡੈਂਟਸ? ਇਟ ਇਜ਼ ਡਿਫਾਈਨਡ ਐਜ਼ ਚਾਰਜ ਪਰ ਯੂਨਿਟ ਵੋਲੀਅਮ। ਇਟ ਇਜ਼ ਡਿਫਾਈਨਡ ਐਜ਼ charge per unit volume dq upon dv. Now we know units of charge: coulomb, units of volume, meter cube. So what are the units of volume charge density? coulomb per meter cube. बिल्कुल ਹੁਣ सेम उदा ही एक small element लिया, small volume लिया, dv, ठीक है। तो ਹੁਣ देखो जी जो डिवाइड उधर जाके मल्टीप्लाई हो गया, स्मॉल चार्ज कितना आ गया स्मॉल वॉल्यूम के उपर, dq इज इक्वल टू रो dv। इक्वेशन नंबर 1 ਆਪਾਂ ਨੂੰ पता है ये स्मॉल एलीमेंट कितनी फोर्स लगाऊगा, स्मॉल फोर्स df 1/4 पाई एप्सिलॉन नॉट, दोनों चार्जेस का मल्टीप्लाई Q0 इंटू dq अपॉन स्क्वायर ऑफ डिस्टेंस r स्क्वायर इंटू डायरेक्शन r कैप। Now put the value of dq from equation number 1. dq is rho dv. Okay, so this is the small force exerted by the small element. Now we want to calculate the total force. So ਆਪਾਂ ਕਰ ਦਾਂਗੇ integrating both sides. ਤਾਂ ਹੁਣ ਆਪਾਂ integrating both sides ਕਰਾਂਗੇ ਸਟੂਡੈਂਟਸ। ਤਾਂ ਰਿਮੈਂਬਰ ਹੁਣ ਆਪਾਂ ਲਵਾਂਗੇ ਵੋਲੀਅਮ ਇੰਟੈਗਰਲ, क्योंकि वॉल्यूम चार्ज डिस्ट्रीब्यूशन है। ਹੁਣ ਆਪਾਂ वॉल्यूम इंटैगरल किया स्टूडेंट्स, तो फाइनल रिजल्ट मैं लिख रहा जिन्नियां भी इंटीग्रेशन दे विच अंदर कॉन्सटेंट टर्म्स है वो बाहर आ जाएगियां। सो टोटल फोर्स बिकम्स 1/4 पाई एप्सिलॉन नॉट Q0 इंटू वॉल्यूम इंटैगरल थ्रू आउट द वॉल्यूम ऑफ कंडक्टर रो dv अपॉन r स्क्वायर। तो ਇਹ ਹੋ ਗਿਆ ਜੀ force exerted by volume charge distribution on some another charge Q0 placed at distance r from it. Understood? So topic ਹੋ ਗਿਆ ਜੀ complete, ਨਾਲ chapter ਵੀ complete ਹੋ ਗਿਆ। ਬਹੁਤ ਜਲਦੀ ਮਿਲਦੇ ਆ, new chapter start ਕਰਦੇ ਆ electric field which is the part of electrostatics. Okay students, take care, goodbye.